अस्सलाम वालेकुम नाजरीन, मैं हूं हारून रफीक और आप देख रहे हैं होशियारियां। दोस्तों कहते हैं कि इफ़ यू आर द स्मार्टेस्ट पर्सन इन द रूम यू आर इन द रॉन्ग रूम। अगर आपके आसपास आपकी सोहबत ऐसे लोगों में है जो आपकी शख्सियत की तरक्की में अपना किरदार अदा नहीं कर रहे तो आपको अपनी सोहबत बदलने की ज़रूरत है। तो कोशिश ये करें कि अपने आसपास ऐसे लोगों की सोहबत रखें जो नेसेयर्स ना हों, जो आपका हौसला बढ़ाएं और आपको जिंदगी में आगे जाने में आपकी मदद करें। ਹਰੂਨ ਸਾਹਿਬ ਮੈਂ ਤੁਹਾਡੀ ਗੱਲ ਦੀ ਤਾਇਦ ਕਰ ਰਿਹਾ ਵਾਂ ਕਿ ਸੋਹਬਤ ਦਾ ਬਹੁਤ ਅਸਰ ਹੁੰਦਾ ਹੈ। ਜਦੋਂ ਦਾ ਮੈਂ ਇਹਨਾਂ ਲੋਕਾਂ ਨਾਲ ਬੈਠ ਉੱਠਣ ਲੱਗ ਪਿਆ ਮੇਰਾ ਨਹਾਉਣ ਨੂੰ ਦਿਲ ਨਹੀਂ ਕਰਦਾ। ਮੇਰਾ ਦਿਲ ਕਰਦਾ ਮਿੱਟੀ 'ਚ ਲੇਟਾਂ, ਐਵੇਂ ਕੱਟਿਆਂ ਨੂੰ ਫੜ ਕੇ ਚੁੰਮੀਆਂ ਲੈਂਦਾ ਫਿਰਾਂਗੇ ਤੁਸੀਂ ਮੇਰੇ ਭਤੀਜੇ ਹੋ। आपकी तो पता नहीं ये फजूल बातें कब खत्म होंगी। अमीरा के पास आज कोई न्यूज़ है। जी अमीरा। सर खबर ये है कि झांसा देकर 5वीं शादी करने वाले शख्स को उसी के बेटे ने पकड़वा दिया। ਚਾਰ ਤੇ ਜਾਇਜ਼ ਹੁਣ ਪੰਜਵੀਂ ਤੇ ਨਜਾਇਜ਼ ਹੀ ਸੀ। नहीं, उसकी चारों बीवियां जो है ना, 2 फौत हो चुकी हैं और 2 उसे छोड़ के जा चुकी हैं। ये आदमी गुजरावाला का है और उसके बेटे ने ही उसकी शादी में आके सबको बता दिया कि भाई मैं इसका बेटा हूँ और ये 5वीं शादी कर रहा है। सर रीजन क्या है पकड़वाने की? उसका बेटा नहीं चाहता कि उसका बाप 5वीं 6ठी शादी करे, लेकिन अगर वो करना चाहता भी है शादी तो मेरा ख्याल है बेटे को नहीं रोकना चाहिए उसे। ਉਹ ਭਾਜੀ ਕਿੱਧਰ ਖਪੰਦਾ ਹੈ? ਇੱਧਰ ਉਹਦਾ ਪੁੱਤਰ ਬੈਠਾ ਹੈ। ਸਾਡੇ ਦਿਲ ਤੇ ਛੁਰੀਆਂ ਚੱਲਦੀਆਂ ਨੇ। ਤੇਰੇ ਛੁਰੀਆਂ ਕਦ ਨਹੀਂ ਚੱਲਦੀਆਂ? ਅੱਲਾ ਨੇ ਤੈਨੂੰ ਪੁੱਤਰ ਦਿੱਤੇ ਨੇ, ਨੌ ਦਿੱਤੀ ਏ, ਤੇਰਾ ਕੰਮ ਹੀ ਨਹੀਂ ਹੈਗਾ। ਆ ਨੋ ਦਿੱਤੀ ਅੱਲਾ ਨੇ, ਪੁੱਤਰ ਦਿੱਤਾ, ਬੀਵੀ ਤੇ ਨਹੀਂ ਦਿੱਤੀ। ਉਹ 4 ਪਹਿਲੇ ਦਿੱਤੀਆਂ, ਤੂੰ ਤੇ ਵਕਾਰ ਯੂਨਸ ਬਣਿਆ ਕਿ ਮੈਂ 100 ਤੋਂ ਘੱਟ ਆਉਣਾ ਹੀ ਨਹੀਂ। ਵਿਆਹ ਕਰਨ ਦਿਆ ਕਿ ਸਕੋਰ ਕਰਨ ਦਿਆ? ਹੋਰ ਕਰਨ ਦੇ ਆ। ਅਜਾ ਘਰ ਅੱਬਾ ਇਹ ਕਿਹੜਾ ਮੇਰੇ ਛੜਈ ਹੱਕ? देखो लड़ो मत, मुझे तसल्ली से। ਉਹ ਕਿਹੜਾ ਗੱਲ ਪਹਿਲਵਾਨ ਹੈਗੀ ਕਿ ਨਾ ਇਹਦੇ ਕੋਲ ਰੁਪਈਆ ਪੈਸਾ, ਕਦੀ ਕੋਈ ਕਿਸੇ ਚੀਜ਼ ਦੀ ਕਿਹੜਾ ਡਿਮਾਂਡ ਹੀ ਨਹੀਂ ਕੀਤੀ। ਸਵੇਰੇ ਭਾਣ ਘਰੋਂ ਨਿਕਲਿਆ, ਕਹਿੰਦਾ ਮੇਰਾ ਦੰਗਲ ਹੈਗਾ, ਮੈਨੂੰ ਸ਼ੱਕ ਪੈ ਗਿਆ। अच्छा ये पहलवान भी हैं ਪਹਿਲਵਾਨ ਵੀ ਤੇਰਾ ਹੈਗਾ। ਕੁਸ਼ਤੀ ਉਸਤੀ ਲੜੀ ਦੀ ਹੈ। और आपके साथ कौन है? ਇਹ ਮੇਰੀ ਬੀਬੀ ਹੈਗੀ ਹੈ ਜੀ ਸ਼ਮੈਲਾ। अच्छा ਹੁਣ ਵੇਖੋ ਨਾ, ਇਹਦੀ ਨੌ ਹੁਣ ਹੈ। ਇਹ ਜਦੋਂ ਘਰ ਦੇ ਵਿੱਚ ਰਹਿਣਗੇ ਜਜ਼ਬਾਤ ਨਹੀਂ ਮਚਣਗੇ। ਆ ਦੰਦ ਨਾ ਕੱਢ ਯਾਰ, ਸਹੀ ਗੱਲ ਹੈ। शर्म करो। ਸ਼ਰਮ ਕਾਹਦੀ ਕਰੋ ਯਾਰ, ਮੇਰੇ ਜ਼ਾਤੀ ਘਰ ਹੈ, ਮੈਂ इनकी ਕਰ उम्र- ਦੇਗਾ, ਸਾਰੇ ਕਰ ਦੇਗਾ। इनकी उम्र देखें और इनके काम देखें। आपको उनकी शादी से क्या मसला है? सर शर्मिंदा होते हैं अपनी फैमिली में, अपने फ्रेंड्स में। ਮੈਨੂੰ ਜੋ ਆ ਕੇ ਕਹੇ ਉਹ ਤੇਰਾ ਪਿਓ ਵਿਆਹ ਕਰਨ ਦੇ ਆਈ ਤੇ ਮੈਂ ਡੁੱਬ ਕੇ ਮਰਨ ਦਾ ਮਕਾਮ ਨਹੀਂ। ਮੈਂ ਸੁੱਤਾ ਹੋਇਆ ਸਾਂ, ਇੱਕਦਮ ਪੇਟੀ ਦੀ ਆਵਾਜ਼ ਆਈ ਹੈ, ਚੂ। अच्छा ਅੱਬੇ ਨੇ ਪੇਟੀ ਖੋਲੀ ਏ। ਜਦੋਂ ਅੱਬਾ ਪੇਟੀ ਖੋਲਦਾ ਨਾ ਕੋਈ ਖੈਰ ਦੀ ਖਬਰ ਨਹੀਂ ਆਉਂਦੀ। उस पेटी में क्या है? ਉਹਦੇ ਚ ਅੱਬੇ ਦੀ ਵਿਆਹ ਦੀ ਸ਼ੇਰਵਾਨੀ ਹੈ ਜਾਂ ਮਾਵਾਂ ਦੀਆਂ ਫੋਟੋਆਂ ਨੇ। ਇੰਜ ਕਰਕੇ ਇਹਨੇ ਸ਼ੇਰਵਾਨੀ ਕੱਢੀ ਏ, ਸ਼ੌਪਰ ਚ ਪਾਈ ਏ। ਮੈਂ ਕਿਹਾ ਖਰੇ ਡਰਾਈ ਕਲੀਨ ਕਰਾਣੀ ਹੈ, ਜ਼ਮੀਨ ਤੇ ਰੱਖੀ ਏ। ਮੁੜ ਕੇ ਅੱਬੇ ਨੇ ਨਾ ਬਾਹ ਪਾ ਕੇ ਥੱਲੇ ਕਿਤੇ ਕੁੱਲਾ ਪਿਆ ਸੀ ਪੇਟੀ ਦੇ ਥੱਲੇ। ਇੰਜ ਕਰਕੇ ਕੁੱਲਾ ਕੱਢਣ ਗਿਆ, ਪਿੱਛੋਂ ਲੱਤਾਂ ਚੁੱਕੀਆਂ ਗਈਆਂ। ਯਕੀਨ ਕਰੋ ਅੱਬਾ ਇੰਨਾ ਭੈੜਾ ਲੱਗਾ ਨਾ, ਅੱਬਾ ਇੰਜ ਲੱਗ ਰਿਹਾ ਕੱਛੂ ਕੁਮਾ ਥੋੜਾ ਜਿਹਾ ਬਾਹਰ ਰਹਿ ਗਿਆ। ਓਏ ਯਾਰ ਪੇਟੀ ਇਹ ਉੱਚੀ ਦੰਦ ਹੈਗੀ। ਕੱਢਣ ਵਾਲੀ ਗੱਲ ਨਹੀਂ ਹੈਗੀ, ਕਿਸੇ ਦੇ ਜਜ਼ਬਾਤ ਨਾਲ ਨਹੀਂ ਕਿ ਰੱਖੇ। ਕਿਉਂਕਿ ਪੇਟੀ ਹੈਗੀ ਉੱਚੀ, ਸਾਡੀ ਪੇਟੀ ਅੱਬੇ ਤੋਂ 2 ਸਾਲ ਵੱਡੀ ਏ। ਪੇਟੀ ਬਹੁਤ ਉੱਚੀ ਏ। ਅੱਬਾ ਦੇ ਕੁਲਫੇ ਦੇ ਡਰਮ ਜਿਹੜਾ ਹੈਗਾ, ਦੇਖਿਆ ਕੁਲਫੇ ਦਾ ਡਰਮ? जी जी देखा है मैंने। ਅੱਬਾ ਉਹਦੇ ਚ ਵੀ ਇੰਜ ਵੜ ਕੇ ਕੱਢਦਾ ਕੁਝ। ਲਓ ਜੀ, ਅੱਬੇ ਨੇ ਪੇਟੀ ਦੀ ਐਸ ਨੁੱਕਰ ਚੋਂ ਕੁੱਲਾ ਕੱਢਿਆ, ਫੇਰ ਆਇਆ ਦੂਸਰੀ ਨੁੱਕਰ ਤੇ, अच्छा ਕਿਉਂਕਿ ਅੱਬਾ ਪੇਟੀ ਦੀਆਂ ਨੁੱਕਰਾਂ ਫਿਰ ਰਿਹਾ ਸੀ। ਮੈਂ ਕਿਹਾ ਕੋਈ ਖੈਰ ਨਹੀਂ ਹੈਗੀ। ठीक है। ਉੱਥੋਂ ਅੱਬੇ ਨੇ ਇੰਜ ਕਰਕੇ ਹੱਥ ਪਾਇਆ ਤੇ ਅੱਬਾ ਪੇਟੀ ਦੇ ਵਿੱਚ ਕੜਮ, क्यों? ਉਹਦੇ ਚ ਖੁੱਸਾ ਪਿਆ ਸੀ। ਉਸੇ ਨੂੰ ਹੱਥ ਹੀ ਨਹੀਂ ਪਿਆ ਅੱਬੇ ਦਾ। ਅੱਬਾ ਅੰਦਰ ਬਸ ਪੇਟੀ ਦੇ ਵਿੱਚ ਜਦੋਂ ਅੱਬਾ ਡਿੱਗਿਆ, ਇਹਨੇ ਇੰਜ ਕਰਕੇ ਖੁੱਸਾ ਲੱਭ ਲਿਆ। फिर ਇੰਜ ਕਰਕੇ ਖੁੱਸੇ ਦਾ ਪੈਰ ਅੱਬੇ ਨੇ ਬਾਹਰ ਸੁੱਟਿਆ ਪੇਟੀ ਚੋਂ। ਜਿੰਨੀ ਦੇਰ ਇਹਨੇ ਦੂਜਾ ਸੁੱਟਣਾ ਸੀ, ਮੈਂ ਪਹਿਲਾਂ ਅੰਦਰ। 1.5 ਘੰਟਾ ਤੇ ਇਹ ਹੀ ਹੁੰਦਾ ਰਿਹਾ ਉੱਥੇ ਜੁੱਤੀ ਛੁਪਾਈ। यार तुम फजूल एग्जेजरेट कर ਅੱਬਾ रहे हो। ਪੇਟੀ ਦੇ ਵਿੱਚ ਸੀ ਨਾ ਅੱਬੇ ਦਾ ਮੈਂ ਹੱਥ। ਅੱਲਾ ਜਾਣਦਾ ਇੱਕ ਵਾਰੀ ਡਰ ਗਿਆ। क्यों? ਮੈਂ ਕਿਹਾ ਪੇਟੀ 'ਚ ਗੁੱਸਾ ਆਇਆ। ਉਹ ਖੁੱਸਾ 2-3 ਵਾਰੀ ਇਹਨੇ ਸੁੱਟਿਆ, ਮੇਰੇ ਵੱਜਾ ਵੀ ਏ। ਅੱਲਾ ਮੇਰਾ ਜਾਣਦਾ, ਇਹਨੇ ਮੈਂ ਦੱਸਿਆ ਕੋਈ ਨਹੀਂ। ਉਸ ਪੇਟੀ ਦੇ ਸ਼ਰੂਨੇ ਦੀ ਵਾਲਦਾ ਦੀ ਤਸਵੀਰ ਸੀ। ओहो ਮੈਂ ਕੰਮ ਕਰਨ ਤੋਂ ਪਹਿਲੇ 1.5 ਘੰਟਾ ਇਹਦੀ ਮਾਂ ਦੇ ਪੈਰਾਂ ਤੇ ਸਿਰ ਰੱਖਿਆ ਪੇਟੀ ਦੇ क्या कहा तुमने? ਮੈਂ 1.5 ਘੰਟਾ ਉਹਦੇ ਕੋਲੋਂ ਮਾਫੀ ਮੰਗੀ। ਅੰਮੀ ਨੇ ਮਾਫ ਨਹੀਂ ਕੀਤਾ। ਉਹਨੇ ਤਸਵੀਰ ਚੋਂ ਚਪੇੜਾ ਮਾਰ ਕੇ ਅੰਮੀ ਫੇਰ ਇੰਜ। ਓ ਯਾਰ ਇੰਗਲਿਸ਼ ਕੀ ਕਹਿੰਦੇ ਨੇ? ਜੈਜੀਰੇਟ। जी ਜੈਜੀਰੇਟ ਕਰ ਰਹੇ ਇੱਕ Exaggerate, ਚਪੇੜ ਮਾਰੀ ਉਹਨੇ, ਕਹਿੰਦਾ ਚਪੇੜਾ। ਔਰ ਅੱਬੇ ਕੋ ਪੇਟੀ ਚੋਂ ਬਾਹਰ ਨਹੀਂ ਆਇਆ ਜਾ ਰਿਹਾ, ਮੈਂ ਸਾਰਾ ਮੰਜ਼ਰ ਦੇਖ ਰਿਹਾ। अच्छा ਫਿਰ ਸਾਡੀਆਂ ਮਾਵਾਂ ਦੀਆਂ ਤਸਵੀਰਾਂ ਵਿੱਚ ਹੀ ਸਨ। ਇੰਜ ਕਰਕੇ ਇੱਕ ਵੱਡੀ ਤਸਵੀਰ ਸੀ, ਇਹਨੇ ਖੜੀ ਕੀਤੀ ਪੇਟੀ ਦੇ ਨਾਲ। ਮੇਰੀ ਮਾਂ ਦੇ ਮੋਢੇ ਤੇ ਪੈਰ ਰੱਖਿਆ ਤੇ ਅੱਬਾ ਬਾਹਰ।
ਨਿਕਲਿਆ ਕਹਿੰਦਾ ਜੀ ਮੈਂ ਪਹਿਲਵਾਨੀ ਕਰਨ ਜਾ ਰਿਹਾ ਦੰਗਲ ਹੈ ਮੇਰਾ ਮੈਂ तो आपने पूछा नहीं कि कौन सा दंगल है जिसमें शेरवानी कुल्ला खुस्सा ਵਾਲਦ ਸਾਹਿਬ ਦਾ ਤਖੱਲਸ ਹੈਗਾ ਲਾੜਾ ਪਹਿਲਵਾਨ लाड़ा हाँ जी, पहलवान बड़ा ਲਾੜਾ ਨਾਂ ਪਹਿਲਵਾਨ ਹੋਇਆ ਜੀ अच्छा ਬੜਾ ਕਿਹੜਾ ਨਾਂ ਹੈ। ਜਦੋਂ ਕਿਹੜਾ ਕੁਸ਼ਤੀ ਹੋਈ ਇਹੀ ਗੱਟਪ ਹੋਇਆ ਆ ਸ਼ੇਰਵਾਨੀ ਕਿਹੜਾ ਕੁੱਲਾ ਹਾਰ अच्छा ਆਏ ਉਹ ਮਸ਼ਹੂਰੀ ਹੋ ਗਈ ਲਾੜਾ ਪਹਿਲਵਾਨ ਲਾੜਾ ਪਹਿਲਵਾਨ अच्छा वाह ये मशहूर क्या हुए हैं कि ये बार बार दूल्हा बनने की कोशिश करते हैं ਔਰ ਵਿਆਹ ਕਰਾਉਣ ਡਿਆ ਤੂੰ ਆਪਣੇ ਕੋਲ ਕਰਾ ये कौन है ਇਹ ਮੇਰਾ ਸਭ ਤੋਂ ਪਹਿਲਾ ਕਿਹੜਾ ਸਾਲ ਹੈ ਇਹਦਾ ਮਾਮਾ ਹੈ। अच्छा ਇਹਦੀ ਇਹ ਮਸ਼ੀਰਾ ਸੀ ਜਿਹਦੇ ਮੋਢੇ ਤੇ ਪੈਰ ਰੱਖ ਕੇ ਬਾਹਰ ਆਇਆ ਬੜੇ ਮਜ਼ਬੂਤ ਕੰਧਿਆਂ ਦੀ ਔਰਤ ਸੀ ਅੱਲਾ ਜਾਣਦਾ ਜਿੰਨੀ ਦੇਰ ਜ਼ਿੰਦਾ ਰਹੀ ਉਹਨੇ ਮੈਨੂੰ ਡੋਲਣ ਨਹੀਂ ਦਿੱਤਾ अच्छा फिर क्या हुआ जी ਤੋਂ ਸਿੱਧਾ ਮੈਂ ਵੀ ਪਿੱਛੇ ਪਿੱਛੇ ਅੱਗੇ ਸਾਰਾ ਇੰਤਜ਼ਾਮ ਸੀਗਾ किस चीज का ਵਿਆਹ ਸ਼ਾਦੀ ਦਾ ਹੋਰ ਕੀ ਹੈ? आधी रात को ਲਓ ਦੱਸੋ ਅੱਬਾ ਕੰਮ ਹੀ ਇਹੋ ਜਿਹੇ ਪਾਉਂਦਾ ਹੈ अच्छा ਕਿ ਰਾਤੋਂ ਰਾਤ ਕਿਸੇ ਨੂੰ ਪਤਾ ਨਾ ਲੱਗੇ पहलवान जी आप बताएं कि जो आपका बेटा कह रहा है ये बात दुरुस्त है ਓਏ ਇਹ ਬਕਵਾਸ ਸੀਗੀ ਕਿਹੜਾ ਸਾਰੀ ਕੋਲ ਟੋਟਲ ਬਕਵਾਸ ਪਤਾ ਕੀ ਹੈ ਹੁਣ ਗੱਲ ਇਹ ਵੇ ਕਿ ਜਿਹੜੀਆਂ ਰਸਮਾਂ ਹੁੰਦੀਆਂ ਨੇ ਵਿਆਹ ਸ਼ਾਦੀਆਂ ਦੀ हाँ हाँ ਕਿਹੜਾ ਇਹ ਮੈਨੂੰ ਬੜੀਆਂ ਪਸੰਦ ਨੇ अच्छा इसलिए आप शादियां करते हैं ਉਹ ਤਾਂ ਕਿਸੇ ਦੇ ਵਿਆਹ ਤੇ ਚਲਾ ਜਾ ਕਰ ਕਿਹੜਾ ਆਪਣੀਆਂ ਜਿਹੜੀਆਂ ਹੁੰਦੀਆਂ ਨੇ क्या रस्में ऐसी होती हैं जो ਅੱਲਾ ਮੇਰਾ ਜਾਣਦਾ ਪੁਰਾਣੀਆਂ ਰਸਮਾਂ ਤੁਸੀਂ ਤੇ ਕਿਹੜੇ ਅੱਜ ਦੇ ਮੁੰਡੇ ਖੁੰਡੇ ਇਹਦੀ ਵਾਲਦਾ ਨੂੰ ਕਿਹੜਾ ਅੱਜ ਵੀ ਮਿਸ ਕਰ वाह ਮਾਈ ਲਵ ਇਹ ਭਲਵਾਨ ਜੀ ਲਵ ਮੈਰਿਜ ਸੀ ਲਵ ਮੈਰਿਜ ਨਹੀਂ ਅਰੇਂਜ ਮੈਰਿਜ ਪੁੱਤਰ ਉਦੋਂ ਲਵ ਮੈਰਿਜ ਦਾ ਰਿਵਾਜ ਹੀ ਨਹੀਂ ਸੀ ਅੱਛਾ ਜੀ। ਗੈਰ ਤਾਂ ਸ਼ਰਮਾ ਵਾਲੇ ਕਿਹੜੇ ਲੋਕ ਸਨ तो लड़की कैसे पसंद करते थे ਲੜਕੀ ਮੈਂ ਪਸੰਦ ਕੀ ਮੈਂ ਤਾਂ ਇਹਦੀ ਵਾਲਦਾ ਨੂੰ ਵੇਖੀ ਪਹਿਲੇ ਦਿਨ ਸੀ ਔਰ ਹੁਣ ਕੀ ਤੈਨੂੰ ਸੰਦਸ मैंने आपसे पूछा है ਯਾਰ ਮੇਰਾ ਤੇ ਦੱਸਣਾ ਕਿਹੜਾ ਫਰਜ਼ ਹੈ ਨਾ ਹਰ ਜਗ੍ਹਾ ਤੇ ਦੱਸਦਾ ਇਹਦੇ ਪਾਨ ਵਾਲੇ ਨੂੰ ਕਹਿੰਦਾ ਇੱਕ ਪਾਨ ਲਾ ਦਿਓ ਆਏ ਹਾਏ ਹਾਏ ਕੀ ਮੇਰੀ ਬੀਵੀ ਸੀ ਉਹਨੇ ਤੈਨੂੰ ਕੋਈ ਰਹਿਤ ਕਰ ਦੇਣੀ ਉਹਨੇ ਤੇ ਪੈਸੇ ਪੂਰੇ ਹੀ ਲੈ ਨਾ ਆਪਾਂ ਇੰਜ ਕਰਿਆ ਕਰ ਸਾਡੀ ਬੇਇੱਜ਼ਤੀ ਇਹਦੇ ਚ ਅੱਲਾ ਮੇਰਾ ਜਾਨਦਾਰ ਹੁਣ जी ਐ ਮੋਟੀ ਕਿਹੜਾ ਗੁੱਤ ਕਿਹੜਾ ਕਰਕੇ ਨਾ ਉਹਨੇ ਜਿਸ ਕਿਹੜਾ ਲੰਮੇ ਪੈਣਾ ਨਾ ਲੱਗਣਾ ਕਿ ਮੰਜੀ ਦੇ ਉੱਤੇ ਕਿਹੜਾ ਗੁੱਤ ਨਹੀਂ ਸਪਨੀ ਹੈ ਸਪਨੀ बाकी तो बातें जो भी हैं इसकी दास्तान गोई बहुत शानदार है। ਅੱਲਾ ਮੇਰਾ ਜਾਨਦਾਰ ਹੁਣ ਅੱਖ ਤੈਨੂੰ ਦੱਸਿਆ ਕਿ ਇਹ ਬਦਾਮ ਵਾਲੀ ਅੱਖ ਕਿਹੜਾ ਦੰਦਾਸਾ ਕਰਨਾ ਹਾਏ 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 ਹੁਣ ਤੇ ਕਿਹੜਾ ਸੁਰਖੀਏ ਬਾਰਡਰ जी हाँ ਬੜੇ ਅਰਸੇ ਬਾਅਦ ਭਲਵਾਨ ਜੀ ਦੰਦਾਸਾ ਸੁਣਿਆ ਤੁਹਾਡੇ ਕੋਲ ਆਏ 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 ਗੱਲਾਂ ਕਿਹੜਾ ਇੰਜ ਹੋਣੀਆਂ ਲੱਗਣਾ ਕਿ ਨਾ ਜੋ ਹੁਣੇ ਕਿਹੜਾ ਲਹੂ ਨਿਕਲੇ वो क्यों ਅੰਮੀ ਹੁਣਾਂ ਦੇ ਇੱਥੇ ਜ਼ਖਮ ਸੀ ਨਾ ਅੰਮੀ ਹੁਣੀ ਜਦੋਂ ਇੰਜ ਕਰਦੇ ਸੀ ਤੇ ਲਹੂ ਨਿਕਲ ਆਉਂਦਾ ਸੀ ਓ ਯਾਰ ਕਿਹੜਾ ਬਕਵਾਸ ਨਾ ਕਰਿਆ ਕਰ ਇਹ ਕੱਦ ਸਰੂ ਦਾ ਬੂਟਾ ਕਿਹੜਾ ਸ਼ਾਇਰ ਨਹੀਂ ਲਿਖਦਾ ਉਹਦੇ ਬਾਰੇ ਹੀ ਲਿਖਿਆ सरू कद खातून ਪਰ ਆ ਕਦ ਸੀ ਵਾਲਦਾ ਦਾ ਜੀ अच्छा ਅੱਬਾ ਜੀ ਹੁਣੀ ਇੰਜ ਕਹਿੰਦੇ ਸੀ ਉਹ ਚਾਹ ਤੇ ਦੇ ਦੇ ਤੇ ਕਿੱਥੇ ਰੱਖੀ ਉਹ ਮੈਂ ਕੰਮ ਤੇ ਜਾਣਾ ਹੈ ਮੈਂ ਉੱਤੇ ਠੰਡ ਤੇ ਨਹੀਂ ਗਈ ਪਾਗਾਲੀਏ ਮੈਂ ਗੁੱਡੀ ਉਡਾਉਣੀ ਹੈ ਹਵਾ ਠੀਕ ਚੱਲ ਰਹੀ ਹੈ ਇਹ ਲੈਦਾ ਹੀ ਲੱਗਦਾ ਸੀ ਅੱਬਾ ਖੂਚ ਬੈਠਾ ਹੈ ਓ ਯਾਰ ਇਹ ਕਿਹੜਾ ਅੱਲਾ ਜਾਣਦਾ ਮੇਰੀ ਗੱਲ ਨੂੰ ਜਿਹੜਾ ਵਿੱਚੋਂ ਕੱਟਦੇ ਨੇ ਨਾ हाँ ये मुझे भी अच्छा नहीं लगता ਵੇ ਕਿਹੜਾ ਮੇਰਾ ਮੂਡ ਹੁੰਦਾ ਡਿਸਟਰਬ पहलवान जी आपकी दास्तान गोई पर मैं फिदा हूँ ਓ ਯਾਰ ਕਿਹੜਾ ਸੁਣਦੇ ਹੈ ਕੋਈ ਨਹੀਂ अच्छा आप उनके हुस्न को छोड़ें मैं उस चीज में इंटरेस्टेड हूँ कि जिस दिन आपकी शादी हुई क्या हुआ उस दिन ਹਾਂ ਕਿਹੜਾ ਸ਼ਾਦੀ ਵਾਲੇ ਦਿਨ ਕਿਹੜਾ ਵਿਆਹਨ ਗਿਆ ਹਾਏ 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 ਫਿਰ ਉਹ ਹੀ ਕਿਹੜਾ ਰੂਣ ਕੰਨੀ ਵਾਲਾ ਕਿਹੜਾ ਲਾਚਾ आहा ਉਹ ਛੋਟੀ ਪੈਰ ਵਾਲਾ ਕੁੜਤਾ ਤੇ ਨਾਲ ਕਿਹੜਾ ਇੱਥੇ ਲਾਏ ਨੇ ਸੋਨੇ ਦੇ ਬਟਨ 4 ਅੰਗੂਠੀਆਂ ਕਿਹੜਾ ਇੱਧਰ ਤੇ 4 ਇੱਧਰ वाह ਤੇ ਉਹ ਜਿਹੜੇ ਕਿਹੜਾ ਸੋਨੇ ਦੇ ਬਟਨ ਨੇ ਨਾ ਉਹਨਾਂ ਦੇ ਨਾਲ ਹਲਕੇ ਹਲਕੇ ਫੁੰਬਰ ਲਟਕ ਰਹੇ ਨੇ ਓਏ फुमन यानी पॉम पॉम ਹਾਂ ਉਹ ਵੀ ਸੋਨੇ ਦੇ ਨੇ ਉਹਦੇ ਪੱਪੀ ਲੈਰੀ ਦਾ ਸਾਲਾ ਲੱਗ ਰਿਹਾ ਸੀ ਯਾਰ ਫਿਰ ਉਹੀ ਗੱਲ ਮੈਂ ਸਟੋਰੀ ਨਹੀਂ ਸੁਣਾਣੀ ਮੈਂ ਬਾਹਰ नहीं 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 ਜ਼ਲੀਲ ਕਰ ਦਿਓ ਕਿ ਯਾਰ ਆ ਕੀ ਹੋਰ ਕੀ ਲਾਇਆ ਸੋਨੇ ਦੇ ਫੁੰਮਣ ਲਾਏ ਨੇ ਇੱਥੇ ਆਹਾ ਅੱਲਾ ਮੇਰਾ ਜਾਣਦਾ ਹੈ ਕੁਜ਼ਰਾਂ ਵਾਲੇ ਦਾ ਸਭ ਤੋਂ ਕਿਹੜਾ ਤਗੜਾ ਘੋੜਾ ਉਹ ਲਿਆਂਦਾ ਕਿ ਪਹਿਲਵਾਨ ਨੇ ਕਿਹੜਾ ਇਹਦੇ ਉੱਤੇ ਬਹਿਣਾ ਹੈ आहा ਜ਼ੇਨ ਚ ਆਇਆ ਕਿਹੜਾ ਸੁਲਤਾਨ ਰਾਈ आहा ਮੈਂ ਕਿਹੜਾ ਪਿੱਛੋਂ ਇੰਜ ਕਰਕੇ ਦੌੜ ਗਿਆ ਜਿਵੇਂ ਫਾਸਟ ਬਾਲਰ ਨਹੀਂ ਆਂਦਾ वाह ਇੰਜ ਕਰਕੇ ਪਿੱਛੋਂ ਆ ਕੇ ਤੇਜ਼ੀ ਨਾਲ ਘੋੜੇ ਦੇ ਉੱਤੇ ਜੰਪ ਕੀਤਾ आहा ਬਸ ਫਿਰ ਅੱਬੇ ਨੇ ਜਦੋਂ ਜੰਪ ਮਾਰੇ ਅੱਬੇ ਦੀਆਂ ਕੋਹਣੀਆਂ ਛਿਲੀਆਂ ਗਈਆਂ ਗੋਡੇ ਛਿੱਲੇ ਗਏ क्यों ਅੱਬਾ ਘੋੜਾ ਕ੍ਰਾਸ ਕਰ ਗਏ ਸੀ ਅੱਬਾ ਡਿੱਗਿਆ ਨਾ ਘੋੜਾ ਦੌੜ ਗਿਆ ਉਦੋਂ ਘੋੜੇ ਨੂੰ ਪਤਾ ਹੀ ਮੇਰਾ ਹੀ ਨਾਂ ਲੱਗਣਾ ਹੁਣ ਅੱਬੇ ਨੂੰ ਘੋੜੇ ਨੇ ਜਾ ਕੇ ਚੁੱਕਿਆ ਅੱਬੇ ਦੀ ਜੰਜ ਫਿਰ ਗਈ ਹੈ 11-22 ਚ
वो ऐ ते केरा एवें खाम खा केरा हर गल नूं ਵਧਾ ਚੜਾ ਕੇ ਬਿਆਨ ਕਰ हाँ तो मैं एतबार नहीं कर रहा, मुझे हंसी जरूर आ रही है लेकिन मैं ਜੰਪ एतबार- ਕੀਤਾ ਤੇ ਇੰਜ ਕਰਕੇ ਘੋੜੇ ਦੀ ਕਾਠੀ ਦੇ ਉੱਤੇ अच्छा ਤੇ ਇੱਕ ਆਵਾਜ਼ ਆਈ ਉਹ ਮੈਂ ਮਰ ਗਿਆ ਜੇ किसकी? ਘੋੜੇ ਕੀ केरा ਬਰਾਤ ਤੁਰੀ जी ਉਸ केरा ਗਲੀ ਦੇ ਵਿੱਚ ਬਰਾਤ ਵਾਰੀ ਹੈ ਜਿੱਥੇ ਸਸਰਾਲ ਦਾ ਘਰ ਹੈ ਓਏ ਹੋਏ वाह ਗਲੀ ਤੰਗ ਸੀ ਅੱਬਾ ਫਸ ਗਿਆ ਉੱਥੇ ਉਸ ਤੋਂ ਬਾਅਦ केरा ਅੱਗੇ ਗਏ ਤੁਹਾਨੂੰ ਪਤਾ ਹੁਣ ਤੇ ਉਹ ਦੌਰ ਨਹੀਂ ਰਿਹਾ ਹਾਏ ਹੁਣ ਜਿਹੜੀਆਂ ਰਸਮਾਂ ਰਿਵਾਜ केरा ਖਤਮ ਹੋ ਗਏ ਹਾਏ ਅੱਲਾ ਮੇਰਾ ਜਾਣਦਾ ਹੁਣ ਕੀ ਉਦੋਂ ਕਿਹੜਾ ਹੁੰਦਾ ਸੀ ਕਿ 10 15 ਦਿਨ ਪਹਿਲੇ हाँ ਕਿਹੜਾ ਮਹਿਮਾਨ ਆਂਦੇ ਹੁੰਦੇ ਸਨ ਹਾਏ 15 ਦਿਨ ਘਰੋਂ ਜ਼ਰਦੇ ਪੁਲਾ ਦੀ ਕਿਹੜੀ ਖੁਸ਼ਬੂ ਹੀ ਨਹੀਂ ਜਾਣੀ वो क्यों? ਕਿਉਂਕਿ ਪਰੌਣੇ ਖਾ ਕੇ ਕੰਧਾਂ ਨਾਲ ਹੱਥ ਪੂੰਝਦੇ ਰਹਿੰਦੇ ਸਨ ਨਾ ਕਿਸੇ ਨੇ ਬਿਸਤਰੇ ਨਾਲ ਇੱਕ ਦੋ ਨੇ ਅੱਬੇ ਨਾਲ ਵੀ ਪੂੰਝ ਦਿੱਤੇ ਓ ਯਾਰ ਕਿਹੜਾ ਫੇਰ ਉਹੀ ਗੱਲ ਕਹਿ ਦੰਦ ਕੱਢੀ ਜਾ ਦੰਦ ਤੇਰਾ ਫਰਜ਼ੀ ਪੈਸੇ ਹੀ ਇਸ ਕੰਮ ਤੇ ਲੈਣਾ ਤੇਰਾ ਇਹ ਅਰਵਾਈ ਨੇ ਐਗਰੀਮੈਂਟ ਹੀ ਹੈ ਕਿ ਮੈਂ ਦੰਦ ਕੱਢਾਂਗਾ ਅਸੂ ਤੇ ਪਹੁੰਚੇ ਤੇ ਕਿਹੜਾ ਇੰਜ ਕਰਕੇ ਦੁੱਧ ਪਲਾਈ ਦੀ ਰਸਮ ਸ਼ੁਰੂ ਹੋਈ ਹੈ ਹਾਏ ਹਾਏ ਦੁੱਧ ਵਾਲਾ ਕੰਟੇਨਰ ਆਇਆ ਉਧਰੋਂ ਪੈਪ ਲਾਇਆ ਇਧਰੋਂ ਅੱਬੇ ਦੇ ਮੂੰਹ 'ਚ ਉਧਰੋਂ ਬੰਦੇ ਨੇ ਵਾਲ ਖੋਲਿਆ ਉੱਥੋਂ ਦੁੱਧ ਪਲਾਈ ਦੀ ਰਸਮ ਸ਼ੁਰੂ ਹੋ ਗਈ ਦੁੱਧ ਪਲਾਈ ਖਤਮ ਹੋਈ ਹੈ ਕਿਹੜਾ ਇੰਜ ਕਰਕੇ ਵਾਪਸ ਹੋਏ ਕੁੜੀਆਂ ਨੇ ਰਸਤਾ ਡੱਕ ਲਿਆ क्यों? ਬਸ ਉੱਥੇ ਕਿਹੜਾ ਰਸਮ ਸ਼ੁਰੂ ਹੋਈ ਹੈ ਰਸਤਾ ਰੁਕਾ ਸਾਲੀਆਂ ਕਿਹੜਾ ਉਹਨਾਂ ਨੇ ਰਸਤਾ ਰੋਕਿਆ तो ये तो जाती दफा रोकते हैं। ਨਹੀਂ ਉਹਨਾਂ ਨੇ ਆਂਦੀ ਯਾਰੀ ਰੋਕਿਆ ਸੀ क्यों? ਉਹਨੇ ਕਿਹਾ ਤੇਰਾ ਕੰਮ ਕੀ ਇਧਰ ਆਉਣ ਦਾ ਅਸੀਂ ਕੁੜੀ ਦੇਣੀ ਨਹੀਂ ਬਲਕਿ ਉਹਨਾਂ ਨਾਕਾ ਲਾਤਾ ਵਿੱਚ ਕੰਧ ਕਰਤੀ ਉਹਨਾਂ ਨੇ अच्छा तो बाराती कैसे निकले? ਉਹ ਇੰਨੀ ਕੁ ਕੰਧ ਸੀ ਅੱਬੇ ਕੋ ਟੱਪੀ ਨਹੀਂ ਸੀ ਜਾਂਦੀ ਅਗਲੇ ਨਿਕਲ ਗਏ ਅੱਬਾ ਉੱਥੇ ਫਸਿਆ ਕੰਧ ਤੇ ਚੜੇ ਫੇਰ ਡਿੱਗ ਪਵੇ अच्छा जी फिर? ਘਰ ਪਹੁੰਚੇ ਜਿਸਲੇ ਗੇਟ ਦੇ ਉੱਤੇ ਤੇ ਸ਼ਗਨ ਹੁੰਦੇ ਨੇ ਨਾ ਭਰਜਾਈ ਮੇਰੀ ਨੇ ਸੁੱਟਿਆ ਐਵੇਂ ਦੋਵਾਂ ਪਾਸੇ ਤੇਲ ਤੇ ਲਾਤੀ ਅੱਗ ਉਹ ਅੰਮੀ ਬਾਹਰ ਅੱਬਾ ਅੰਦਰ ਓ ਯਾਰ ਐਵੇਂ ਖਾਮ ਖਾ ਉਹ ਤੇਲ ਚੋਂਦੇ ਨੇ ਸਰੋਂ ਦਾ ਕਿਹੜਾ ਸ਼ਗਨ ਹੁੰਦਾ ਹੈ अब तो खत्म होगी ना तुम्हारी नहीं, ये क्या- रस्में? भी हैं रस्में और ਜੇ ਤੇ ਬੜੀਆਂ ਰਸਮਾਂ ਨੇ ਫਿਰ ਸਵੇਰੇ ਸੀ ਕਿਹੜਾ ਵਲੀਮਾ यार अभी तुम्हारी ये फजूल बातें बाकी हैं। ਉਹ ਜਦੋਂ ਤੱਕ ਅੱਬਾ ਬਾਕੀ ਹੈ ਫਜ਼ੂਲ ਬਾतें ਬਾਕੀ ਹੈ ਉਹ ਤੋਂ ਬਾਅਦ ਵਲੀਮਾ ਹੋਇਆ ਲੋਕ ਆਪਣੇ ਘਰਾਂ ਮੈਂ ਅਗਰ ਗਿਆ ਮੁਰਮੀ ਡੋਲੀ मुड़वी डोली ਮੁੜਵੀ ਡੋਲੀ जो मकलावा जिसे कहते ਉਹ ਤੁਸੀਂ ਕਿਹੜਾ ਉਹਦਾ ਨਾਮ ਮਕਲਾਵਾ ਰੱਖਿਆ ਨਾ ਸਾਡੇ ਲਗੇ ਹੁੰਦਾ ਮੁਰਮੀ ਡੋਲੀ हैं। मुड़वी डोली ਆ ਕੇ ਕੁੜੀ ਮੁੰਡੇ ਨੇ ਜਾਣਾ ਵਾਪਸ ਆਪਣੇ ਸਸੁਰਾਲ अच्छा ਮੈਂ ਅੱਲਾ ਜਾਣਦਾ ਕਿ ਸਹੁਰੇ ਦੀ ਗਲੀ 'ਚ ਪਹੁੰਚਿਆ हैं? ਹਾਏ ਹਾਏ ਐਸਾ ਇਸਤਕਬਾਲ ਕਿਹੜਾ ਮੈਂ ਕਿਸੇ ਵਜ਼ੀਰ ਆਜ਼ਮ ਦਾ ਨਹੀਂ ਵੇਖਿਆ क्या किया उन्होंने? ਪਟਾਕੇ ਸ਼ੁਰਲੀਆਂ ਇੱਟਾਂ ਰੋੜੇ ਵਾਸ ਕੱਢ ਲੈ ਲੋਕਾਂ ਨੇ ਡਾਂਗਾ ਉਹਨੇ ਕਿਹਾ ਤੂੰ ਫੇਰ ਆ ਗਿਆ ਬਸ ਕਿਹੜਾ ਹੋਣਾ ਕੀ ਸੀ ਉੱਥੇ ਪਹੁੰਚੇ ਕਿਹੜਾ ਜੁੱਤੀ ਲੁਕਾਈ ਹੋਈ ਹੈ ਉੱਥੇ ਰਸਮ ਹੈ ਸਾਲੀਆਂ ਕਿਹੜਾ ਲੁਕਾਉਂਦੀਆਂ ਨੇ ਜੁੱਤੀ जी हाँ बिल्कुल। ਉਹਨਾਂ ਨੇ ਜੁੱਤੀ ਲੁਕਾਈ ਹੈ ਜੇਬ 'ਚ ਹੱਥ ਮਾਰੇ ਤੇ ਪੈਸਾ ਕੋਈ ਨਹੀਂ फिर? ਮੈਂ ਕੀਤਾ ਘਰ ਟੈਲੀਫੋਨ ਮੈਂ ਕਿਹਾ ਪੈਸੇ ਲੈ ਕੇ ਆਓ ਉਹਨਾਂ ਨੇ ਕਿਹਾ ਸਾਡੇ ਕੋਲ ਵੀ ਕੋਈ ਨਹੀਂ ਹੈਗਾ ਬਸ ਫਿਰ ਕੁੜੀ ਵਾਲਿਆਂ ਨੇ ਅੱਬੇ ਨੂੰ ਬੰਨ ਲਿਆ ਉਹਨੇ ਕਿਹਾ ਇੱਥੋਂ ਪੈਸੇ ਦੇਗਾ ਤੇ ਜਾਏਗਾ फिर? ਘਰ ਵੀ ਪੈਸਾ ਕੋਈ ਨਹੀਂ ਅੱਬਾ ਫਿਰ 2-3 ਮਹੀਨੇ ਉਹਨਾਂ ਦਾ ਕੰਮ-ਕੁਮ ਕਰਦਾ ਰਿਹਾ ਮੱਝਾਂ ਨਵਾਤੀਆਂ ਮੰਜੇ ਹੁਣ ਤੇ ਝਾੜੂ ਦੇ ਦਿੱਤਾ ਸਵੇਰੇ ਅੱਬੇ ਦਾ ਬਲਕਿ ਸੈਟਲ ਹੋ ਗਿਆ ਸੀ ਅੱਬਾ ਸਾਲ ਉੱਥੇ ਕੰਮ ਕਰਦਾ ਰਿਹਾ नाजरीन वक्त हुआ एक छोटी सी ब्रेक का, मिलते हैं ब्रेक के बाद। होशियारियां 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 वेलकम बैक नाजरीन। नाजरीन आज से हम एक नया सेगमेंट स्टार्ट कर रहे हैं जिसका नाम है हैरत कदा। इसमें हम आपके लिए ऐसी इंफॉर्मेशन लेकर आएंगे और ऐसी चीजें लेकर आएंगे जिसका आम आवाम में इदराक नहीं है और हमें पूरा यकीन है कि उससे आप बहुत महजूज होंगे। ਕੋਈ ਨਵੀਂ ਚੀਜ਼ ਲੈ ਕੇ ਆਇਓ ਜੀ जी हाँ, ਖੋਲੋ ਬਰੀਫਕੇਸ ਦਿਓ ਫਟਾਫਟ ਆਹੋ जैसे सबसे पहली बात ये कि जंगे अजीम दोम वर्ल्ड वॉर 2 जी जब वो खत्म हो गई तो एक फौजी 29 साल तक लड़ता रहा। और वो किससे लड़ता रहा? ਮੇਰੇ ਖਿਆਲ ਆਪਣੀ ਬੁੱਢੀ ਨਾਲ ਲੜਦਾ ਰਿਹਾ ਹੋਣਾ ਉਹ ਬੁੱਢੀ ਨੂੰ ਉਹ ਜੰਗ ਤੇ ਲੈ ਕੇ ਗਿਆ ਸੀ ਉਹ ਜਿਹੋ ਜਿਹਾ ਲੜਾਕਾ 30 ਸਾਲ ਬੁੱਢੀ ਕਦੋਂ ਰਹੀ ਹੋਣੀ ਉਹਦੇ ਕੋਲ जब वो जंग स्टार्ट हुई थी तो वो कवारा था। ਅੱਛਾ ਜੰਗ 'ਚ ਕਿਤੇ ਵਿਆਹ ਤਾਂ ਨਹੀਂ ਹੋ ਗਿਆ वो लेफ्टिनेंट था। ਉਹ ਲੱਗਦਾ ਜੰਜ ਜੀ ਦੋਤਰਿਆਂ ਪੋਤਰਿਆਂ ਵਾਲਾ ਹੋ ਗਿਆ ਹੋਣਾ ਫਿਰ जंज नहीं जंग। ਉਹ ਜੰਗ ਓਏ ਅੱਛਾ ਇਹਦਾ ਰੰਗ ਇਹਨੂੰ ਪੈਂਦਾ ਨਾ ਬੋਲਾ ਹੋ ਗਿਆ ਹੈ। ਇਹ ਆਪਣੇ ਸ਼ੀਸ਼ੇ ਕੇ ਖਲੋ ਕੇ ਕਹਿੰਦਾ ਉਹ ਨਾਇਆ ਨੋਇਆ ਵੀ ਕਰ ਹੈ ਉਹ ਸ਼ਰੀਕੇ ਦੀਆਂ ਗੱਲਾਂ ਸੁਣਨ ਤੋਂ ਬਿਹਤਰ ਆ ਨਾਲਾ ਚਡੂਆ ਇੰਜ ਹੀ ਫਿਰਨਾ ਤੋਂ
ਓਏ ਇੰਨੀਆਂ ਗੱਲਾਂ ਸੁਣ ਲਓ ਨਾ ਕਿਤੇ ਨਹਾ ਲਿਆ ਕਰ। ਦੱਸੋ ਕਹਿਣ ਕੌਣ ਦਿਆ? ਉਹ ਤੇਰੀਆਂ ਉਹਦੀਆਂ ਦੋ ਨਵਾਈਆਂ ਦਾ ਫਰਕ ਆ ਸਿਰਫ। ਹਾਰੂਨ ਸਾਹਿਬ ਆਗਾ ਮੈਨੂੰ ਇੱਕ ਦਿਨ ਕਹਿੰਦਾ ਮੈਂ ਦਿਲ ਦੇ ਡਾਕਟਰ ਤੋਂ ਸਟੰਟ ਪਵਾਉਣਾ। क्यों? ਸਿਰ ਦੇ ਵਾਲ ਬੰਦ ਨੇ ਜੀ। ਅੱਛਾ ਪਤਾ ਕੀ ਹੈ, ਮੈਨੂੰ ਇਹ ਜੁਗਤ ਦਾ ਦੁੱਖ ਕੋਈ ਨਹੀਂ, ਹਾਂ ਜੀ ਤੇਰੇ ਹੱਸਣ ਦਾ ਦੁੱਖ। ਯਾ ਮੇਰਾ ਵੀ 5-7 ਵਾਲਾਂ ਦਾ ਫਰਕ ਹੈ। ਤੇਰੇ ਵਾਲ ਆ ਸਕਦੇ ਆ। ਕਿਸ ਤਰ੍ਹਾਂ ਜੀ? ਮੂੰਹ ਖੋਲ ਕੇ ਨਾ ਤਾਲੂ 'ਚ ਛਿੱਤਰ ਮਾਰਿਆ ਕਰ। ਤੂੰ ਕੀ ਸਮਝਦਾ ਮੈਂ ਟਰਾਈ ਨਹੀਂ ਕੀਤੀ? ਮੈਂ ਉੱਤੋਂ ਮਾਰ ਬੈਠਾ। ਆਗਾ ਸਾਹਿਬ ਇੱਕ ਸ਼ਾਦੀ ਤੇ ਗਏ ਤੇ ਉਹ ਜਿਹੜਾ ਡਰੋਨ ਨਹੀਂ ਹੁੰਦਾ ਫਿਲਮ ਬਣਾਉਣ ਵਾਲਾ, ਜੀ ਜੀ, ਉਹ ਇੱਥੇ ਉਤਰ ਗਿਆ। ਉਸੇ ਛਾਤੀ 'ਚ ਵੀ ਬੈਠਾ ਸੀ, ਉਹੀ ਡਰਾਉਣ ਇਹਦੇ ਤੇ ਗਿਆ ਤੇ ਐ ਹੋ ਗਿਆ। ਮੈਂ ਕਿਹਾ ਕੀ ਹੈ? ਕਹਿੰਦਾ ਪਾਇਲਟ ਮੇਰੇ ਵਾਲ ਪੁੱਟ ਰਿਹਾ। उसका कौन सा पायलट होता है यार? ਉਹਦਾ ਨਹੀਂ ਹੁੰਦਾ ਤੇ ਇੱਥੇ ਉਤਰਦਾ। ਜਦੋਂ ਮੈਨੂੰ ਕੋਈ ਗੱਲ ਹੋਵੇ ਨਾ ਤਾਂ ਜਦੋਂ ਮੈਂ ਕਿਸੇ ਨੂੰ ਗੱਲ ਕਰਾਂ ਐਸਾ ਹੁੰਦਾ ਹੀ ਨਹੀਂ। ਆਰ ਉਸ ਬੰਦੇ ਦੀ ਗੱਲ ਕਰੋ ਯਾਰ, ਕਿੱਧਰ ਗਿਆ ਉਹ ਲੜਾਕਾ? जी हाँ जी हाँ। ਆਹ ਕਿੱਧਰ ਉਹ ਭਾਵੇਂ ਨੇ ਘਰ ਚਲਾ ਗਿਆ ਹੋਵੇ। अच्छा सर वो बताइए ना, वो बंदा किससे लड़ता रहा इतने साल? वो एक जैपनीज सोल्जर था, उसका नाम था हीरो ओनाडा। हीरो हीरो नाडा। नाडा। जी हाँ। वर्ल्ड वॉर 2 में उसको जो ट्रेनिंग दी गई वो ये दी गई कि जंगलों के अंदर रहकर गोरिल्ला वॉरफेयर में कैसे लड़ना है। और जब जंग खत्म हुई तो वहां पर ये 5 लोग डिप्यूटेड थे उस जंगल के अंदर। अब उनको उन्होंने जब ऐलान किया कि भाई आप जहां भी छुपे हैं आप बाहर आ जाएं, जंग खत्म हो चुकी। सर तो वो बाहर क्यों नहीं आया? वो बाहर 5 नहीं आए, इसलिए नहीं आए कि उन्हें ये लगा कि ये टैक्टिक्स है, ये एक हरबा है। हरबा चक्कर दे रहे ने, चक्कर दे रहे ने। जी हाँ, हमारे दुश्मन ये हरबा इस्तेमाल कर रहे हैं हमें ढूंढने के लिए कि हम कहाँ छुपे हैं। नहीं था, ਸਰ ਇਹ ਤੇ ਹੋ ਗਿਆ, ਲੇਕਿਨ ਉਹ ਕਿਸ ਤਰ੍ਹਾਂ 30 ਸਾਲ ਲੜਦਾ ਰਿਹਾ? ਗੱਲ ਤੇ ਇਹ ਹੈ। वो इस तरह लड़ता रहा कि वहां पर जो भी सयाह आते थे, जो टूरिस्ट वहां आते थे, हाँ जी वो उन्हें गोली मार देता था। तेरा भला हो। ਉਹ ਲੈ और वो ये समझता था कि ये भी जानबूझकर टूरिस्ट रूप में आए हैं ये फौजी। ਸਾਨੂੰ ਲੱਭ ਰਹੇ। जी हाँ। 2-4 साल के बाद उसके जो बाकी 3-4 साथी थे, वो मासूम लोगों की जान लेते रहे जी ये सोच हाँ, के। और लगदा कोई जहरीला सप खा बैठा, पागल हो गया सर। फिलीपींस की गवर्नमेंट ने अपनी फौज को अंदर भेजा, ओए अपनी पुलिस को भेजा, अपने मुख्तलिफ इदारों को भेजा कि यार इसको ढूंढें, इसको निकालें, ये आए दिन किसी न किसी को गोली मार देता है। हरून साहब इन्नियां गोलियां ना को आईयां किथों? इनकी ट्रेनिंग में ये चीज शामिल होती है कि आपने बुलेट जाया नहीं करनी। अगर आप किसी को हाथ से मार सकते हैं तो हाथ से मारे, हाँ पत्थर से मार सकते हैं पत्थर से मारें, लेकिन अगर एक बुलेट चली तो उसके बदले में एक दुश्मन की लाश चाहिए। ਸਰ 30 ਸਾਲ ਦੀ ਬੁਲਟ ਤੇ ਨਹੀਂ ਹੋਣਗੇ ਨਾ ਉਹਦੇ ਕੋਲ। ਓਏ ਉਹ ਕਿਸੇ ਨੂੰ ਨਾ ਡੰਡਾ ਮਾਰਿਆ, ਕਿਸੇ ਨੂੰ ਚਪੇੜ ਮਾਰਦੀ, ਕਿਸੇ ਨੂੰ ਪੱਥਰ ਮਾਰਤਾ, ਉਹ ਦੱਸਣ ਤੇ ਦੈ ਕੋਮੇ ਜਾਂ ਤੂੰ। तो जो उनके बाकी साथी थे वो भी 30 साल तक लड़ते रहे उसके साथ? जी नहीं, वो तो 1-2 साल के बाद 1947 और 48 में बाहर आ गए। ओके। और उन्होंने भी वापस आके उससे कहा कि भाई वापस आ जाओ। ਉਹਨੇ ਉਹਨਾਂ ਨੂੰ ਮਾਰਤਾ ਹੋਣਾ। नहीं, उसने मारा नहीं, लेकिन वो बाहर नहीं आया। और आप ये अंदाजा करें उसकी जापान से मोहब्बत देखें आप, कि वो अपने मुल्क के लिए जंग बंदी के बाद भी 29 साल लड़ता रहा। आप उसकी नीयत तो देखें। ਉਹ ਯਾਰ ਚੰਗੀ ਨੀਅਤ ਉਹਨੇ ਦਿਮਾਗ ਖਰਾਬ ਹੈ, ਕਾਹਦੀ ਨੀਅਤ? ਜੰਗ ਦੀ ਨੀਅਤ ਕਰਕੇ ਦੁਨੀਆ ਤੇ ਆਇਆ ਸੀ। ਮੈਂ 30 ਸਾਲ ਲੜਾਂਗਾ, ਹੋਰ 29 ਥੋੜੀ। ਸਾਲ 30 ਸਾਲ ਲੜਦਾ ਰਿਹਾ। तो सर वो 29 साल बाद जिंदा आया या मुर्दा आया? जी 1972 में जाके ਲਓ 29 साल के बाद हाँ पता ये चला कि जिस आदमी ने उसको वहां डिप्यूट किया था, जो उसका कमांडिंग ऑफिसर था, हाँ, हाँ। वो जापान के किसी गांव में अभी जिंदा था। उसको ढूंढा गया, उसको लेकर फिलीपींस आए और उसको मेगाफोन देके उस जंगल में भेजा गया। ਉਹ ਗਵਾਚ ਗਿਆ, 3 ਮਹੀਨੇ ਉਹਨੂੰ ਲੱਭਦੇ ਰਹੇ। 5-7 ਬੰਦੇ ਤੇ ਉਹਨੇ ਵੀ ਮਾਰਤੇ ਸੀ। ਉਹ ਲੱਭ ਗਿਆ ਤੇ ਉਹਨਾਂ ਕੋਲ ਉਹ ਗਵਾਚ ਗਿਆ ਜਿਹਦੇ ਚਲਾਨ ਕਰਨਾ ਸੀ। ਫਿਰ 3 ਸਾਲ ਉਹ ਲੱਭਦੇ ਰਹੇ। ਉਹ ਲੱਭਾ ਤੇ ਉਹਨੇ ਐਲਾਨ ਕੀਤਾ ਤੇ ਉਹਦੇ ਸੈੱਲ ਮੁੱਕੇ। ਫਿਰ 2.5-3 ਸਾਲ ਸੈੱਲ ਲੱਭਦੇ ਰਹੇ। ਤੁਸੀਂ ਜੰਗਲ ਚੋਂ ਕੱਢ ਲਵੋ ਉਹਨੂੰ, ਨਹੀਂ ਤੇ ਆਗਾ ਸਾਹਿਬ ਨੇ 50 ਸਾਲ ਹੋਰ ਉਹਨੂੰ ਉੱਥੇ ਰੱਖਣਾ ਜੀ। वो जंगल से ऐसे निकला कि उसके कमांडिंग ऑफिसर ने जब जाके वहां ये ऐलान किया कि तुम्हें मैं तुम्हारी ड्यूटी से रिलीफ देता हूं, तो वो एक दरख्त से नीचे आया और आते उसने सैल्यूट किया। उसने शादी कैसे की फिर? उसके बाद वो वापस जापान आया और जापानीज ने उसका बहुत एहतराम किया
اس کو بہت بڑے بڑے اعزاز ملے. بہت اچھے. اس کے بعد اس نے جب جاپان کے حالات دیکھے اب لوگوں کو جاپان سے وہ محبت نہیں رہی تو وہ اتنا دل برداشتہ ہوا کہ وہ جاپان چھوڑ کے چلا گیا. لیکن آج بھی جب جاپان میں حب الوطنی کی بات آتی ہے, جاپان اسی جاپان ہی کہی گئی ساری زندگی. اصل میں نہ جاپان ہے نہ جاپان ہے. تو پھر کیا ہے؟ یہ پتوں کی ہے. یہ حضرت نوح کی اولاد میں سے تھے, ان کا نام تھا یابان. یابان. انہوں نے وہاں جا کے آبادی بسائی تھی اور ان کے نام پہ تھا یابان, جو اب جاپان بن گیا. کوئی اور واقعہ ہے تو جی ہاں بالکل. ایک ملک ہے ہانڈورس. کیڑا جی؟ ہانڈورس. ہونڈا ریسٹ. ہونڈا ریسٹ. آغا صاحب آپ نے ایل سیلواڈور کا نام تو سنا ہوگا. یہ پیو نے بھی نہیں سنیا. آپ نے نکاراگوا کا نام سنا ہے؟ جی نکاراگوا میں نے سنا. جی بالکل اس کے ساتھ ہی وہ ملک ہے. وہاں پر ہر سال 1 یا 2 مرتبہ مچھلیوں کی بارش ہوتی. مچھلیوں کی بارش. ہو سکتی. اے مرزا اتنے گیا. اچھا ہاں جی بیسن تے گھیو تے مسالے لے کے بیٹھا. میں کہ کیوں کہندا اج بارش ہونی ہے مچھلی فرائی کریں گے اج. سارے غبارے نو بھی کسی نے کہا کہ بارش ہونی ہے. یہ 2 دن پہلے ہی منہ کھول کے کھلو گیا. ਅੱਛਾ ਤੇ ਇੰਨਾ ਕਨਫਰਮ ਸੀ ਮੂੰਹ 'ਚ ਚਟਨੀ ਵੀ ਰੱਖੀ ਸੀ. اسے بارش یہ بھی کھڑو گیا منہ کھول گیا کر کے. مچھلی نے آئی کان نہ گیا بیٹھ کر گیا. سر وہ مچھلیوں کے بارے میں بتائیں. جی ہاں وہاں بارش کی جگہ مچھلیاں برستی ہیں. میں ویڈیو بھی دیکھی ہے سر, واقعی ہو رہی. میں کہا پتہ نہیں کس نے بڑھائی ہے. سر وہ مچھلیاں آتی کہاں سے ہیں؟ آسمان سے؟ ہوتا یہ ہے کہ وہاں پر سمندر میں اتنے بڑے بڑے طوفان آتے ہیں سینٹرل امریکہ میں کہ جب لہریں اوپر اٹھتی ہیں, ٹورنیڈوز اٹھتے ہیں, تو اس میں وہ مچھلیاں بھی ساتھ اٹھا لیتے ہیں. اور جب وہ بارش کی صورت میں سینٹرل امریکہ میں گرتے ہیں تو مچھلیاں ساتھ گرتی ہیں. اور ایسے ہی دنیا میں بہت سی جگہوں پر چھپکلیوں کی بارشیں ہو چکی ہیں. سیریسلی چھپکلیوں کی بارش؟ جی ہاں, اور 1 فٹ لمبی چھپکلیاں. مطلب وہاں کی کوئی بارش نارمل نہیں ہے؟ نہیں, وہ صرف سال میں 1 یا 2 مرتبہ ہوتی ہے, اور جب وہ ہوتی ہے تو ان کے لیے وہ تہوار کا دن ہوتا ہے. واہ واہ واہ. وہ دن سارا دن آج کیا آئے گا؟ آج کیا آنے والا ہے؟ دیکھیے اس سے اچھی کیا بات ہو سکتی ہے کہ آسمان سے رزق گر رہا ہے. وہ تو یہ سب چیزیں کھاتے ہیں. جی ہاں, نہیں ہم بھی کھا سکتے ہیں. مچھلی کا کیا مسئلہ ہے بھائی؟ نہیں سر مینڈک تو نہیں تسی کھانا, میں تانوں کل لیا کے دیا. میں مینڈک کی بات نہیں کر قسم رہا. ہے میں تانوں مینڈک لیا کے دینا, تسی کھانا. تمہیں پتہ ہے دنیا میں ایسا بھی ہوتا ہے کہ مینڈک لے کے پہلے اسے خالی کرتے ہیں, اور کے اودے کپڑے رکھ لو, اپنے کاغذات رکھ لو. مینڈک نے کان تو پھڑ کے تسی جہاز چڑھ جاؤ. مینڈک دا مینڈک, بریف کیس دا بریف کیس. 4 ਵੱਡੇ مینڈک جڑے وہ کارگو کراتے. اگے جا کے پٹے دے تے کھڑا کے بھائی کیوں کھڑے, میرے مینڈک آ رہے جی. اے مینڈک میرا جی ہے مینڈک. دنیا میں ایک ایسے صاحب گزرے ہیں جن کا نام ایلفرڈ تھا, امریکن تھے. وہ اپنی آنکھ سے باجا بجا لیتے. جی باجا جیسے آپ مرلی یا بانسری بجاتے ہیں. پائے ہاتھ بجے ہوئے کیوں جادوگر والی گفتگو شروع کر بھائی وہ اپنی آنکھ سے ہوا نکال لیتے تھے. آنکھ سے باجا کیسے بچ سکتا ہے؟ پراندہ بھی سی پمپ تے جا کے میری آنکھ ایسا کہ بتی کر دیو. انہیں ایک دن چوتی کر دی تھی, کہنا یار تھوڑی کڈ 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 اکھ ٹیٹ ہو رہی ہے, کڈ دے. ٹیٹ ہو رہی ہے. ہاں بات ادھر رہنے دے. دیکھو آنکھ کے اندر ایک ڈکٹ اللہ تعالیٰ نے رکھی ہوئی ہے. تم لوگوں کو آنسو نہیں آتے اس میں سے؟ تو آنے ہور گل ہے, ہوا آنی ہور گل ہے. اپنی تعلیم دا اس قدر ساڈے تے بوجھ نہ پاؤ کہ اسی مان جائیے. سر اتنے تے بجلی بند ہوندی انہوں سی نے نا. سارے کہتے ہیں بھائی ذرا اکھ ادھر کری, بڑی گرمی ہے یار. وہ تے رات نوں گھر بیٹھے تے ویمی کہ تے منڈیا اکھ پھیرمی کردے سارے نوں آوے. دیکھو بات یہ ہے کہ آنکھ میں جو ڈکٹ ہے نا, بہت سے لوگ اس میں سے ہوا بھی نکال لیتے ہیں, پانی بھی نکال لیتے ہیں. بلکہ ترکی کا ایک شخص ہے یلماز, وہ 10 فٹ دور پانی کی پھوار پھینک لیتا ہے. بہت اچھا. اکھ نال. ہاں جی آنکھ سے. انہیں گھر اپنے گارڈن بنایا, مالی تے نہیں رکھیا, پھر آپ ہی سے نو کچھا پا کے تے پھر رہندا. اور نال دے کرو ایک مائی آئی کین لے کے کہندی پوتے کین تا بھر دے. اوتھے رکھ. یہ بات بہت زیادہ غلط نہیں ہے, کیونکہ امریکہ میں ایک ایسے صاحب ہیں جن کا نام گینیز بک آف ورلڈ ریکارڈز میں ہے.
वो नाक से दूध पी के और 3-4 फुट दूर पड़े ग्लास अपनी आंख से भर देते हैं। नहीं, ये सारे उल्टे काम करने वाले अमेरिका में ही हैं। अमेरिका को आप छोटा समझती? मतलब ये बिल्कुल हैरत अंगेज बात। अभी तो आपको मैंने एक टर्किश आदमी का बताया, वो 10 फुट दूर अपनी आंख से फवारा निकाल लेता है। ਸਾਰੋ ਜਿਹੜਾ ਅੱਖ ਦਾ ਫੁਹਾਰਾ ਉਹਦਾ ਕਿੰਨਾ ਕੁ ਪ੍ਰੈਸ਼ਰ ਕਿੱਥੋਂ ਤੱਕ ਪਾਣੀ ਸੁੱਟ ਸਕਦਾ? क्यों? ਇਹਦੇ ਘਰ ਤੱਕ ਆ ਸਕਦਾ? ਇਹਦਾ ਪਰਸੋਂ ਦਾ ਨਲਕਾ ਕੱਟਿਆ ਗਿਆ ਅੱਛਾ ਬਿੱਲ ਦੀ ਵਜ੍ਹਾ ਤੋਂ ਨਹੀਂ ਕੱਟਿਆ ਉਹਨੇ ਕਿਹਾ ਨਹਾਉਣਾ ਤੇ ਤੁਸੀਂ ਹੈ ਨਹੀਂ ਕੱਟੋ ਨਹੀਂ ਉਹ ਤੇ ਵਾਸਾ ਜਾ ਕੇ ਨਾ ਪਾਣੀ ਨੇ ਸ਼ਿਕਾਇਤ ਕੀਤੀ क्या? ਭਈ ਜਾਂ ਬੰਦੇ ਬਦਲੋ ਨਹਾਉਣ ਵਾਲੇ ਜਾਂ ਮੈਨੂੰ ਉੱਥੋਂ ਟ੍ਰਾਂਸਫਰ ਕਰੋ ਪਾਣੀ ਇਹਦੇ ਅੱਬੇ ਦੇ ਵੀ ਪੈਰੀ ਪਿਆ ਚਾਚਾ ਜੀ ਮੈਂ ਆਇਆ ਨਹਾ ਲਓ ਉਹ ਅੱਖਾਂ ਵਾਲੇ ਨੇ ਇਹਦੇ ਤੇ ਮਾਰਿਆ ਫੁਹਾਰਾ फिर ਉਹਨੇ ਕੱਢੀਆਂ ਗਾਲਾਂ ਉਹਨੇ ਠੰਡਾ ਪਾਤਾ ਇਹਦੇ ਤੇ नाज़रीन, वक्त हुआ एक छोटी सी ब्रेक का, मिलते हैं ब्रेक के बाद। होशियारियां 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 वेलकम बैक नाज़रीन। वक्त हुआ है मौसीकी का, तो आइए आज अमीरा से ही कोई गाना सुनते हैं। आज का गाना मैं ट्रिब्यूट पेश करना चाहूंगी मैम नाजिया हसन साहिबा को। वो मेरी ऑल टाइम फेवरेट सिंगर हैं, सो आज का गाना उनके नाम। प्लीज जी। मीरा, ये मैं क्या देख रहा हूँ? मुझसे इतना दूर चली गई हो? जी क्या वो कॉलेज का जमाना भूल गए जब मेरे लिए खाना लेके आया करती थी? ਉਹ ਕਾਲਜ ਦੀ ਗੱਲ ਨਹੀਂ ਜਦੋਂ ਖਾਣਾ ਲੈਂਦੀ ਹੋ ਤੂੰ ਦਾਖਲ ਸੀ ਜਨਾਹ ਚ यार कॉलेज में खाना कौन लाता है लकी साहब? ਅਰੇ ਉੱਥੇ ਕੰਮ ਕਰਦਾ ਸੀ ਇਹਦੇ ਕੋਲ ਵਾਸ਼ਰੂਮ ਦਾ ਠੇਕਾ ਸੀ और इनको कोई खाना नहीं पूछता था, मैं कर्ज खा के ले आती थी इनके लिए खाना। आप दोनों की अटायर भी आज बिल्कुल मैच कर रही है। ਬਿਲਕੁਲ ਉਹਦਾ ਥੋੜਾ ਜਿਹਾ ਕੱਪੜਾ ਬਚਿਆ ਸੀ ਉਹ ਸਮਾ ਬੈਠਾ मेरी शोपन ਜਿਹੜੀ ਤੁਹਾਡੀ ਭਰਜਾਈ ਕਰਦੀ ਆ। क्या करती है आपकी? ਸ਼ਾਪਿੰਗ ਇਹੀ ਗੱਲ ਹੈ ਸਾਡੀ ਸ਼ਾਪਿੰਗ ਇਹੋ ਜਿਹਾ ਪਰਾਡੋ ਜੋ ਵੀ ਉਤਰੇ ਨਾ ਬੰਦਾ ਕਹਿੰਦਾ ਲੈ ਵੇਖੀ ਹੁਣ ਧੋਏਗਾ ਹੀ मीरा इनकी बातों में नहीं आना, ये जेलस है। ਲੱਕੀ ਡੀਅਰ ਨਾਲ ਬੜਾ ਵਾਕਿਆ ਹੋਇਆ ਜੀ क्या? ਇਸ਼ਾਰੇ ਤੇ ਬੰਦਾ ਰੁਕ ਨਹੀਂ ਜਾਂਦਾ जी जी। ਇਹਨੇ ਗੱਡੀ ਖਿਲਾਰੀ ਫਕੀਰ ਨੇ ਆ ਕੇ ਸ਼ੀਸ਼ਾ ਖੜਕਾਇਆ अच्छा। ਇਹਨੇ ਸ਼ੀਸ਼ਾ ਲਾਇਆ ਉਹ 20 ਰੁਪਏ ਵਿੱਚ ਸੁੱਟ ਕੇ ਚਲਾ ਗਿਆ ਲੱਕੀ ਇਸ਼ਾਰਾ ਖੁੱਲ ਗਿਆ ਤੇ ਜਾ ਹੀ ਨਹੀਂ ਰਿਹਾ। क्यों? ਵੀ ਪੀਲਾ ਆ ਗਿਆ, ਹਰਾ ਆ ਗਿਆ, ਟ੍ਰੈਫਿਕ ਵਾਲਾ ਆ ਗਿਆ, ਕਹਿੰਦਾ ਸਰ ਜਾ ਨਹੀਂ ਰਹੇ, कहते मेरी मर्जी का कलर नहीं आ रहा। यार इनकी बातें अब बंद करें, आप प्लीज अमीरा गाना सुनो। इजाजत है? जी प्लीज। ओके। अच्छा एंकर जिन्ना मर्जी मुहज्जब होवे अंदर हल्का जिहा जेड़ा ना अरे ये सारे आपस में लगे होंगे गाना सुनाए इजाजत है। इनकी बातें कभी खत्म नहीं होंगी। आप बैठ जाए, आप अपना गाना स्टार्ट करें। ओके। ये बात बन गई है तुम्हारी, अब गिफ्ट है, इसको फेंक ना देना। लकी दी बीवी वे गाना गा रही थी, आप जैसा को मेरी जिंदगी में आए राख बन जाए। एडी बेगम भी गा रही थी, आप जैसा मेरी जिंदगी में कोई आए और सांप बन जाए। हाँ 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 सांप बन जाए। जी ऑडियंस में से कुछ लोग आपसे कुछ गुफ्तगू करना चाहते हैं। जी बिस्मिल्लाह। जी माइक दें जी। आगा साहब, आप स्क्रीन पर बहुत क्यूट और गुपलू से नजर आते हैं। मुझे आपका ये ख्वाजा सरा वाला करैक्टर बहुत पसंद है, क्या आप इसकी प्रैक्टिस करते हैं? वो असल में भैन मेरी है, अल्लाह ने हुण सुनी आ, पहले 20 साल मौत के खूह ते खज्जल होया, 2-3 खुसरे भी सुट देते ना। थैंक यू वेरी मच आपके इस पसंदीदगी का कि मैं गुपलू सा लगता हूँ। वो तो वैसे थोड़ा सा हेल्दी हूँ इस वजह से। दूसरी बात ये कि ये कैरेक्टर ख्वाजा सरा मैंने बहुत से रोल किए टेलीविजन पे, लेकिन जल्दी गल मुकाई दी हुंदी, असीं अगे बहुत जाना अजे। तू चल मैं गल करके आ रहा तेरे। बाकी रहेगी वो ख्वाजा सरा वाले रोल की बात। रोल कोई भी हो, कैरेक्टर कोई भी हो, इंसान उस वक्त मैं नहीं समझता कि वो आर्टिस्ट है जब तक वो उस कैरेक्टर में लगने ना लग जाए कि वो है। आप तो कैरेक्टर से बाहर आके भी लगते हैं, बल्कि जो घर जाता है बच्चे कहते अम्मी अब्बू ख्वाजा सरा आए हैं। जी आगा साहब को हमने टीवी पे कई मरतबा गाते सुना है, बहुत सुरीली आवाज में गाते हैं और बहुत खूबसूरत और अच्छा सुर है इनका।
आगा साहब का एक नगमा हमने सुना था, यूं जिंदगी की राह में। अच्छा, अगर थोड़ा सा आप वो गुनगुना के रिक्वेस्ट करें तो शायद ये गा दे। यूं जिंदगी की राह में। चंगे भले तुम मार्केट के सदर हो, शर्म नहीं आती? अच्छा, माशाल्लाह आपका हुलिया वाकई वो बड़ा दबंग किस्म का है। प्लीज। यूं जिंदगी की राह में। मेरी भैन हल्का जा धक्का दे दे। मैं आखिरी उथे डिग के कहना टकरा गया। ਇਹੋ ਜਿਹਾ ਬੰਦਾ ਪੂਰੀ ਫਿਲਮ ਵੇਖ ਕੇ ਐਂਡ ਤੇ ਕਹਿੰਦਾ ਲਾਹੌਲ ਬਲਾਕੋ। अगर आप लोगों में से किसी ने भी इंटरप्ट किया, ਭਾਜੀ ਮੈਂ ਤੁਹਾਨੂੰ ਕਸਮ ਚੁੱਕ ਕੇ ਕਹਿ ਰਿਹਾ, ਭਾਈ ਹਰ ਬੰਦੇ ਦਾ ਚੇਤਾ ਲੈਂਦਾ। ਨਾਲ कहना भाई खबरदार अगर किसी बंदे ने कोई बात की ना तो ये याद रखना सलीम तुम भी हाँ। जी आगा साहब, मुझे भी याद तो नहीं है, वो तो रिकॉर्डेड है सारा। मैं बहरहाल आपको ये बहुत अच्छी आवाज इनकी, ये गाते भी अच्छा है और खाते भी अच्छा है। लोग तो खाते पीते घर के होते हैं ना, ये खाते गाते घर के हैं। क्या रदीफ है, खाते गाते। ये रदीफ नहीं है, ये काफिया है। काफिया ही है। रदीफ कहते हैं उस शख्स को। बस हुन आधा घंटा ले जाना उन्हें। ਅਸੀਂ ਘਰਾਂ ਤੇ ਜਾਣ ਤੇ ਬੈਠੇ रदीफ उसको कहते हैं। जो सामने बैठे ना इसको कहते हैं रदीफ, इसके साथ जो बैठे उसको कहते हैं काफिया। ये मासी हनीफा का लड़का है। रदीफ उस गुलाम को कहते हैं जो सवारी के पीछे पीछे आ रहा हो। जी आगा साहब, गल पूरी कर दी पीछे। यूं जिंदगी की राह में टकरा गया कोई, यूं जिंदगी की राह में एक रोशनी अंधेरों में बिखरा गया कोई, यूं जिंदगी की राह। वाह वाह वाह, बहुत बहुत खूब। जी अरुण साहब, मेरा आपसे एक संजीदा सवाल है। जी प्लीज करें। जुदा मसला फलस्तीन के मुतालिक आपकी क्या राय है? देखिए, पहली बात तो ये कि इसको मसला कहना मेरे नजदीक बहुत बड़ी ज्यादती है। ये एक मसला नहीं है, ये एक दिन दहाड़े डकैती है, ये एक जुल्म है। आपके घर में अगर कोई डकैत घुस आए तो आप ये नहीं कहते कि हमारा एक तनाजा हो गया, और कोई ये भी नहीं कहता कि दोनों तरफ जंग बंदी कर दें। डकैती तो एक जुल्म है जो इस वक्त वहां पे है। ये कैसी जंग है कि एक तरफ हथियार है और एक तरफ सीना? ये मसला एकदम खड़ा नहीं हुआ, इसका एक तारीखी पस मंजर है जो हमें जानना बहुत जरूरी है, और उस पर इंशाअल्लाह हम अपने आने वाले शोज में गुफ्तगू करेंगे और बहुत तफसील से बात करेंगे इसकी तारीख के बारे में। इसराइल के जो अज़ाइम हैं वो बहुत घिनौने हैं। अभी जो सरे दस्त प्रॉब्लम है वो ये है कि वहां पर एक इलाका है शेख जर्राह का, उस इलाके को खाली करा के मुसलमानों को वहां से निकाल के यहूदियों को आबाद करना चाहते हैं। जब वहां के मुसलमानों ने रिटेलिएट किया, क्योंकि वो जानते हैं कि हमारा सॉफ्ट स्पॉट जो है वो हमारा क़िबला अव्वल है, जो हमारे अंबिया की सरजमीन है, हमें ब्लैकमेल करने के लिए यानी मुसलमानों, मस्जिद को उन्होंने हॉस्टेज बनाया। हमारे क़िबला अव्वल को खुदा ना खास्ता मुनहदिम करके वो वहां अपना एक माबद बनाना चाहते हैं, जिसके बाद उनका ये मानना है कि उनका दज्जाल आएगा, और उन्हें वहां 2-4 और मजीद चीजें भी रखनी है। उस पर भी इंशाल्लाह हम अपने शोज में गुफ्तगू करेंगे, बड़ी तफसील से बताएंगे और अपनी आवाम को उससे आगाह करेंगे कि इनके क्या अज़ाइम हैं। मुझे यहाँ पर एक बात याद आ रही है। वो क्या? एक उस्ताद ने अल्लाह ताला से दुआ की कि अल्लाह मुझे माफ कर दे, मुझसे बहुत बड़ा गुनाह हो गया। उसके शागिर्द ने कहा कि जनाब हम आपको जानते हैं, आपने कुछ नहीं किया। उस्ताद ने जवाब दिया, यही तो माफी मांग रहा हूं कि मैंने कुछ नहीं किया। और मैं ये समझता हूं जब तक गैरत मुस्लिम जिंदा है हम इसराइल को उनके अज़ाइम पूरे नहीं करने देंगे। और आखिर में मेरा यही पैगाम है कि मेरे तन के जख्म न गिन अभी, मेरी आंख में अभी नूर है, मेरे बाजुओं पे निगाह कर, जो गुरूर था वो गुरूर है, ये न भूल मेरे गनीम तू कि सितम की शब को जवाल है, तेरा जब्र जुल्म बला सही, मेरा हौसला भी कमाल है, तुझे मान जोशनो गुर्ज पर, मुझे नाज जख्मे बदन पे है, यही नाम बर है बहार का,
जो गुलाब मेरे कफन पे। आपसे मुलाकात होगी अगले शो में। अल्लाह हाफ़िज़। होशियारियां